ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਜਾਂ ਸੀਟੈਟ ਦੇ ਐਗਜ਼ਾਮ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਬੜੀ ਇੰਪੋਰਟੈਂਟ ਵੀਡੀਓ ਦੇ ਵਿੱਚ ਇੰਗਲਿਸ਼ ਪੈਡਾਗੋਜੀ ਨੂੰ ਕੰਟੀਨਿਊ ਕਰਾਂਗੇ। ਇਹ ਸਾਡਾ ਅੱਜ ਦਾ ਇੰਗਲਿਸ਼ ਪੈਡਾਗੋਜੀ ਦਾ 9ਵਾਂ ਪਾਰਟ ਹੈ ਜੀ। ਇਸ ਤੋਂ ਪਹਿਲਾਂ ਅਸੀਂ ਆਪਣੇ 8 ਪਾਰਟ ਇੰਗਲਿਸ਼ ਪੈਡਾਗੋਜੀ ਦੇ ਕਵਰ ਕਰ ਚੁੱਕੇ ਹਾਂ। ਅਗਰ ਤੁਸੀਂ ਉਹ ਵਾਲੇ ਪਾਰਟ ਨਹੀਂ ਦੇਖੇ ਜਿਸ ਦੇ ਵਿੱਚ ਅਸੀਂ ਅਪ ਟੂ 80% ਤੱਕ ਸਿਲੇਬਸ ਕੰਪਲੀਟ ਹੋ ਚੁੱਕਾ ਸਾਡਾ, ਤਾਂ ਉੱਪਰ ਆਈ ਬਟਨ ਤੇ ਜਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜੋ ਵੀ ਵੀਡੀਓਜ਼ ਨੇ ਜਾਂ ਪਲੇਲਿਸਟ ਨੇ ਉਹਨਾਂ ਦਾ ਮੈਂ ਲਿੰਕ ਦੇ ਦਿਆਂਗਾ, ਉਹ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਆਫ ਕਾਸਟ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਅਸੀਂ CDP ਜੋ ਹੈ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਐਂਡ ਕਾਫੀ ਟੌਪਿਕ ਇਹਦੇ ਵਿੱਚ ਸਬਜੈਕਟ ਪੈਡਾਗੋਜੀ ਦੇ ਵੀ ਅਸੀਂ ਕਵਰ ਕੀਤੇ ਹੈ, ਜੋ 38 ਵੀਡੀਓਜ਼ ਦੇ ਵਿੱਚ ਆਪਣਾ ਕੰਪਲੀਟ ਹੈ। ਸੋ ਉਹਨਾਂ ਦਾ ਵੀ ਲਿੰਕ ਉੱਪਰ ਆਈ ਬਟਨ ਤੇ ਆ ਰਿਹਾ ਹੋਊਗਾ। ਇਸ ਤੋਂ ਇਲਾਵਾ EVS ਮੈਥ, ਠੀਕ ਹੈ ਜੀ, ਸਾਰੇ ਸਬਜੈਕਟ ਇਸ ਚੈਨਲ ਤੇ ਪ੍ਰੋਵਾਈਡ ਕੀਤੇ ਜਾ ਰਹੇ ਆ ਬਿਲਕੁਲ ਫ੍ਰੀ ਆਫ ਕਾਸਟ। तो चलो स्टार्ट करते हैं। बड़ा इंपॉर्टेंट पार्ट है अज अपना इंग्लिश पैडागोजी का, जिस दे तहत ਅਸੀਂ 4 ਤੋਂ 5 इंपॉर्टेंट टॉपिक कवर करांगे। ਉਹਦੇ ਵਿੱਚ ਸਭ ਤੋਂ ਪਹਿਲਾ ਹੈ ਸਾਡਾ ਹੋਮੋਗ੍ਰਾਫ। ਠੀਕ ਹੈ, ਹੋਮੋ ਦਾ ਮਤਲਬ ਹੁੰਦਾ ਜੀ ਸੇਮ, ਇੱਕੋ ਜਿਹਾ। ਤੇ ਜਿੱਥੇ ਗ੍ਰਾਫ ਸ਼ਬਦ ਆ ਗਿਆ ਨਾ, ਮੈਂ ਕਾਫੀ ਵਾਰ ਤੁਹਾਨੂੰ ਦੱਸ ਚੁੱਕਾ ਇੰਗਲਿਸ਼ ਪੈਡਾਗੋਜੀ ਦੇ ਵਿੱਚ, ਜਿੱਥੇ ਸ਼ਬਦ ਆ ਗਿਆ ਗ੍ਰਾਫ, ਇਹਦਾ ਮਤਲਬ ਰਾਈਟਿੰਗ ਦੇ ਨਾਲ ਹੈ ਜਾਂ ਕਹ ਲਓ ਲਿਖਣ ਦੇ ਨਾਲ ਹੈ। ਠੀਕ ਹੈ, ਜਿਵੇਂ ਰਾਈਟਿੰਗ, ਇੱਥੇ ਮੈਂ ਲਿਖ ਦੇਣਾ ਜੀ ਉੱਪਰ ਰਾਈਟਿੰਗ ਮੈਂ ਲਿਖਿਆਗਾ। ਸੋ ਗ੍ਰਾਫ ਦਾ ਮਤਲਬ ਰਾਈਟਿੰਗ ਦੇ ਨਾਲ ਹੈ। ਸੋ ਇਹਦੇ ਵਿੱਚ ਹੋਮੋਗ੍ਰਾਫ ਕੀ ਹੁੰਦੇ ਨੇ? ਸੋ ਪਹਿਲੇ 3 ਟੌਪਿਕ ਸਾਡੇ ਜਿਹੜੇ ਰਹਿਣਗੇ ਜੀ, ਉਹਦੇ ਵਿੱਚ 2 ਜਾਂ 2 ਤੋਂ ਵੱਧ ਸ਼ਬਦ ਹੋ ਸਕਦੇ ਨੇ ਜਿਨ੍ਹਾਂ ਦਾ ਕੋਈ ਸੇਮ ਸਪੈਲਿੰਗ ਹੋਣਗੇ, ਜਿਨ੍ਹਾਂ ਦੇ ਪ੍ਰੋਨਾਂਸੀਏਸ਼ਨ ਹੋਏਗੀ, ਮੀਨਿੰਗ ਡਿਫਰੈਂਟ ਹੋਏਗਾ। ਸੋ ਇਹ ਸਾਰੀਆਂ ਗੱਲਾਂ ਦੀ ਆਪਾਂ ਡਿਸਕਸ਼ਨ ਇਹਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਹੋਮੋਗ੍ਰਾਫ ਦੇਖ ਲੈਂਦੇ ਹਾਂ ਕਿ ਹੋਮੋਗ੍ਰਾਫ ਕਿਹੜੇ ਵਰਡ ਹੁੰਦੇ ਨੇ। ਸੋ ਇਹਦੀ ਡੈਫੀਨੇਸ਼ਨ ਦੇਖੋ ਪਹਿਲਾਂ ਤਾਂ, ਅ ਵਰਡ ਦੈਟ ਇਜ਼ ਸਪੈਲਡ ਦ ਸੇਮ। ਸਪੈਲਡ ਦਾ ਮਤਲਬ ਜੀ ਰਿਟਨ ਫਾਰਮ ਹੀ ਹੈ ਉਹਦੀ। ਠੀਕ ਹੈ, ਸਪੈਲਡ ਦਾ ਮਤਲਬ ਇੱਥੇ ਸਪੈਲਿੰਗ ਤੋਂ ਹੈ। ਕਹਿੰਦੇ ਉਹ ਵਾਲਾ ਸ਼ਬਦ ਜਿਸ ਦੇ ਸਪੈਲਿੰਗ ਸੇਮ ਹੋਣਗੇ, ਕਿਹਦੇ ਨਾਲ? ਐਜ਼ ਅਨਦਰ ਵਰਡ, ਦੂਸਰੇ ਸ਼ਬਦ ਦੇ ਨਾਲ। ਮਤਲਬ 2 ਜਾਂ 2 ਤੋਂ ਵੱਧ ਸ਼ਬਦ ਹੋ ਸਕਦੇ ਨੇ, ਦੋਨਾਂ ਦੇ ਸਪੈਲਿੰਗ ਕੀ ਹੋਣਗੇ? ਸੇਮ ਹੋਣਗੇ। ਇਹਦਾ ਮਤਲਬ ਉਹਨਾਂ ਦੀ ਰਿਟਨ ਫਾਰਮ ਸੇਮ ਹੋਊਗੀ, ਬਟ ਹੈਜ਼ ਅ ਡਿਫਰੈਂਟ ਮੀਨਿੰਗ। ਬਟ ਉਹਨਾਂ ਦਾ ਜੋ ਮੀਨਿੰਗ ਹੈ, ਉਹਨਾਂ ਦਾ ਜੋ ਅਰਥ ਹੈ, ਉਹ ਅਲੱਗ ਹੋਏਗਾ। ਸੋ ਅਜਿਹੇ ਸ਼ਬਦਾਂ ਨੂੰ ਅਸੀਂ ਕੀ ਬੋਲਦੇ ਹਾਂ? ਹੋਮੋਗ੍ਰਾਫ। ਸੋ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਦਾ, ਡੈਫੀਨੇਸ਼ਨ ਤੁਸੀਂ ਆਪਦੇ ਅਕੋਰਡਿੰਗ ਵੀ ਬਣਾ ਸਕਦੇ ਹੋ। ਵੈਸੇ ਮੈਂ ਇੱਕ ਲਿਖੀ ਹੋਈ ਹੈ ਇੱਕ ਤਰ੍ਹਾਂ ਦੀ ਡੈਫੀਨੇਸ਼ਨ। ਸੋ ਅਗਰ ਤੁਸੀਂ ਇਹਦੇ ਵਿੱਚ ਚੇਂਜ ਕਰਨਾ ਤਾਂ ਉਹਨੂੰ ਆਪਣੇ ਅਕੋਰਡਿੰਗ ਵੀ ਚੇਂਜ ਕਰ ਸਕਦੇ ਹੋ, ਜਿਵੇਂ ਕਿ 2 or more words that has the same spelling, ਠੀਕ ਹੈ, ਬਟ ਡਿਫਰੈਂਟ ਮੀਨਿੰਗ, ਇਦਾਂ ਵੀ ਤੁਸੀਂ ਲਿਖ ਸਕਦੇ ਹੋ। ਆਪਣੇ ਅਕੋਰਡਿੰਗ ਵੀ ਤੁਸੀਂ ਬਣਾ ਸਕਦੇ ਹੋ। ਸੋ ਆਪਾਂ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਮੈਂ ਇੱਥੇ 2 ਸ਼ਬਦ ਲਿਖ ਰਿਹਾ ਜੀ। ਠੀਕ ਹੈ, ਇੱਕ ਮੈਂ ਪਹਿਲਾਂ ਲਿਖੂੰਗਾ, ਇੱਥੇ 2 ਪਿਕਚਰਸ ਨੇ, ਉਹਨਾਂ ਦੇ ਉੱਪਰ ਮੈਂ ਸ਼ਬਦ ਲਿਖੂੰਗਾ, ਉਹਨਾਂ ਨੂੰ ਧਿਆਨ ਨਾਲ ਰੀਡ ਆਊਟ ਕਰਨਾ ਤੁਸੀਂ। ਦੇਖੋ, ਪਹਿਲਾ ਮੈਂ ਲਿਖਿਆ ਜੀ LEAD, दूसरा मैं लिखिया दोबारा तो फिर ਉਹੀ LEAD। ਠੀਕ ਹੈ, ਲੀਡ। ਦੇਖੋ ਪਹਿਲੇ ਦਾ ਧਿਆਨ ਨਾਲ, ਪਹਿਲੇ ਦਾ ਪਹਿਲਾਂ ਮੀਨਿੰਗ ਸਮਝੋ। ਲੀਡ, ਆਪਾਂ ਕਹਿੰਦੇ ਨੇ ਕਿ ਕਿਸੇ ਚੀਜ਼ ਨੂੰ ਕਿਸੇ ਨੂੰ ਲੀਡ ਕਰਨਾ। ਜਿਵੇਂ ਇੱਥੇ ਤੁਸੀਂ ਧਿਆਨ ਨਾਲ ਦੇਖ ਲਓਗੇ, ਇਹ ਸਾਰੇ ਜਾਣਦੇ ਹੋਵੋਗੇ ਤੁਸੀਂ, ਇੰਡੀਅਨ ਕ੍ਰਿਕਟ ਟੀਮ ਦੇ ਪਹਿਲਾਂ ਵਾਲੇ ਕੈਪਟਨ ਰਹੇ ਨੇ, ਕਾਫੀ ਸਕਸੈਸਫੁਲ ਰਹੇ ਨੇ, MS ਧੋਨੀ। ਤਾਂ ਜੋ ਕੈਪਟਨ ਹੈ ਕਿਸੇ ਵੀ ਟੀਮ ਦਾ, ਚਾਹੇ ਉਹ ਕ੍ਰਿਕਟ ਦਾ ਹੋਵੇ, ਠੀਕ ਹੈ, ਚਾਹੇ ਉਹ ਫੁੱਟਬਾਲ ਦਾ ਹੋਵੇ, ਉਹ ਆਪਣੀ ਟੀਮ ਨੂੰ ਕੀ ਕਰਦਾ ਜੀ? ਲੀਡ ਕਰਦਾ ਹੈ ਨਾ। ਲੀਡ ਕਰਨ ਦਾ ਮਤਲਬ ਡਾਇਰੈਕਸ਼ਨ ਦਿੰਦਾ, ਇਦਾਂ ਸਮਝੋ। ਸੋ ਇੱਕ ਤਾਂ ਇਹ ਹੋ ਗਿਆ ਲੀਡ। ਹੁਣ ਦੋਨਾਂ ਦੇ ਸਪੈਲਿੰਗ ਸੇਮ ਨੇ। ਦੇਖੋ LEAD, ਪਹਿਲੇ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਲੀਡ ਕਰਨਾ, ਮਤਲਬ ਡਾਇਰੈਕਸ਼ਨ ਦੇਣਾ। ਤੇ ਦੂਜਾ ਕੀ ਹੈ ਜੀ? ਦੂਜੇ ਨੂੰ ਮੈਂ ਲੀਡ ਨਹੀਂ ਬੋਲੂੰਗਾ, ਠੀਕ ਹੈ, ਦੂਸਰੇ ਨੂੰ ਮੈਂ ਕੀ ਬੋਲੂੰਗਾ? ਲੈਡ। ਦੂਸਰਾ ਮੇਰਾ ਹੈਗਾ ਲੈਡ। ਸੋ ਲੈਡ ਕੀ ਹੁੰਦੀ ਹੈ? ਆਲੀ ਲੈਡ ਹੁੰਦੀ ਹੈ। ਲੈਡ ਇੱਕ ਮੈਟਲ ਹੁੰਦੀ ਹੈ। ਲੈਡ ਇੱਕ ਮੈਟਲ ਹੁੰਦੀ ਹੈ, ਜਾਂ ਕਹ ਲਓ ਇੱਕ ਧਾਤ ਹੁੰਦੀ ਹੈ। ਠੀਕ ਹੈ, ਪੰਜਾਬੀ ਦੇ ਵਿੱਚ ਧਾਤ ਕਹਿੰਦੇ ਆ ਇਹਨੂੰ, ਲੈਡ ਨੂੰ। ਸੋ ਦੇਖੋ ਦੋਨਾਂ ਦੇ ਵਿੱਚ ਕੀ ਹੈ? ਦੋਨਾਂ ਦਾ ਸਪੈਲਿੰਗ ਤਾਂ ਸੇਮ ਹੈ ਨਾ, LEAD, ਦੋਨਾਂ ਦੇ ਵਿੱਚ ਸੇਮ ਹੈ। ਇਹਦਾ ਮਤਲਬ ਸੇਮ ਰਾਈਟਿੰਗ ਫਾਰਮ ਹੈ, ਸੇਮ ਸਪੈਲਿੰਗ ਹੈ ਦੋਨਾਂ ਦੇ। ਬਟ ਦੋਨਾਂ ਦਾ ਮੀਨਿੰਗ ਕੀ ਹੋ ਗਿਆ? ਦੋਨਾਂ ਦਾ ਮੀਨਿੰਗ ਕੀ ਹੋ ਗਿਆ? ਅਲੱਗ-ਅਲੱਗ ਹੋ ਗਿਆ। ਇੱਕ ਲੈਡ ਦਾ ਮਤਲਬ ਤਾਂ ਇਹ ਹੋ ਗਿਆ ਧਾਤ ਹੋ ਗਿਆ, ਇੱਕ ਲੀਡ ਦਾ ਮਤਲਬ ਡਾਇਰੈਕਸ਼ਨ ਦੇਣਾ, ਲੀਡ ਕਰਨਾ ਕਿਸੇ ਨੂੰ। ਦੇਖੋ ਦੋਨਾਂ ਦੇ ਇੱਕ ਹੋਰ ਇੱਥੇ ਸ਼ਬਦ ਨਹੀਂ ਆਇਆ, ਪ੍ਰੋਨੰਸੀਏਸ਼ਨ। ਇਸ ਕੇਸ ਦੇ ਵਿੱਚ ਦੋਨਾਂ ਦੀ ਪ੍ਰੋਨੰਸੀਏਸ਼ਨ ਵੀ ਅਲੱਗ-ਅਲੱਗ ਹੈ। ਠੀਕ ਹੈ, ਪ੍ਰੋਨਾਉਂਸ ਕਰਨ ਦਾ ਵੇ ਵੀ ਦੋਨਾਂ ਦਾ ਅਲੱਗ-ਅਲੱਗ ਹੈ। ਪਹਿਲੇ ਨੂੰ ਲੀਡ ਕਹਾਂਗੇ, ਦੂਸਰੇ ਨੂੰ ਲੈਡ ਕਹਾਂਗੇ। ਠੀਕ ਹੈ, ਉੱਥੇ ਵੀ ਫਰਕ ਹੈ। ਹਾਲਾਂਕਿ ਹੋਮੋਗ੍ਰਾਫ ਵਾਲੇ ਕੇਸ ਦੇ ਵਿੱਚ ਕਈ ਵਾਰ ਜਨਰਲੀ ਜਿਹੜੀ ਪ੍ਰੋਨੰਸੀਏਸ਼ਨ ਹੈ ਉਹ ਅਲੱਗ-ਅਲੱਗ ਹੁੰਦੀ ਹੈ, ਬਟ ਕਿਤੇ-ਕਿਤੇ ਸੇਮ ਵੀ ਹੋ ਸਕਦੀ ਹੈ। ਉਹ ਆਪਾਂ ਇੰਨੀ ਡਿਟੇਲ ਦੇ ਵਿੱਚ ਨਹੀਂ ਜਾਣਾ। ਤੁਸੀਂ ਸਿਰਫ ਡੈਫੀਨੇਸ਼ਨ ਯਾਦ ਰੱਖਣੀ ਹੈ। ਹੋਮੋਗ੍ਰਾਫ, ਹੋਮੋ ਦਾ ਮਤਲਬ ਇੱਕੋ ਜਿਹਾ, ਜਿੱਥੇ ਸ਼ਬਦ ਆ ਗਿਆ ਗ੍ਰਾਫ, ਗ੍ਰਾਫ ਦਾ ਮਤਲਬ ਲਿਖਣ 'ਚ ਇੱਕੋ ਜਿਹੇ ਹੋਣਗੇ। ਠੀਕ ਹੈ, ਗ੍ਰਾਫ ਦਾ ਮਤਲਬ ਰਾਈਟਿੰਗ ਦੇ ਨਾਲ ਹੈ, ਲਿਖਣ 'ਚ ਇੱਕੋ ਜਿਹੇ ਹੋਣਗੇ, ਬਟ ਉਹਨਾਂ ਦਾ ਮੀਨਿੰਗ ਅਲੱਗ-ਅਲੱਗ ਹੋਊਗਾ। ਜਿਸ ਤਰੀਕੇ ਨਾਲ LEAD ਮੈਂ 2 ਵਾਰ ਲਿਖਿਆ,
पहले दा मीनिंग देखने च बिल्कुल इक्को जे ने, स्पैलिंग इक्को जे ने। पहले दा मीनिंग है लीड करना, डायरैक्शन देनी टीम नूं, ਜਾਂ ਕਿਸੇ ਨੂੰ ਵੀ ਲੀਡ ਕਰਨਾ, ਠੀਕ ਹੈ, ਜੋ ਲੀਡਰ ਹੁੰਦਾ ਹੈਗਾ ਉਹ ਲੀਡ ਕਰਦੇ ਆਪਣੀ ਟੀਮ ਨੂੰ। ਦੂਸਰੇ ਦਾ ਮਤਲਬ ਇੱਥੇ ਲੈਡ ਤੋਂ ਹੈ, ਧਾਨ ਤੋਂ ਹੈ। ਇਸ ਤੋਂ ਇਲਾਵਾ ਇੱਕ ਆਪਾਂ ਹੋਰ ਦੇਖ ਲੈਂਦੇ ਹਾਂ ਐਗਜ਼ਾਮਪਲ। ਇੱਕ ਮੈਂ ਲਿਖ ਦਿੰਦਾ ਜੀ LIVE, ਠੀਕ ਹੈ, LIVE ਦੋਨੋਂ ਲਿਖ ਦਿੰਦਾ ਮੈਂ, LIVE। ਧਿਆਨ ਨਾਲ ਦੇਖੋ ਹੁਣ, ਪਹਿਲੇ ਲਿਵ ਦਾ ਮਤਲਬ ਦੇਖੋ ਕੀ ਹੈ। ਪਹਿਲੇ ਲਿਵ ਦਾ ਮਤਲਬ, ਪਹਿਲੇ ਇਹਨੂੰ ਮੈਂ ਲਿਵ ਕਹੂੰਗਾ, ਹੈ ਨਾ। ਲਿਵ ਦਾ ਮਤਲਬ ਜਿਉਣਾ, ਉਹ ਚੀਜ਼ ਆ ਗਈ, ਠੀਕ ਹੈ, ਜਿਉਂਦੇ ਰਹਿਣ ਨਾਲ ਸੰਬੰਧਿਤ ਹੈ ਪਹਿਲਾ ਲਿਵ। ਦੂਸਰਾ ਹੈਗਾ ਦੇਖੋ LIVE, ਲਾਈਵ, ਇਹਨੂੰ ਆਪਾਂ ਕਹਾਂਗੇ ਲਾਈਵ। ਕਈ ਵਾਰ ਚੀਜ਼ਾਂ ਲਾਈਵ ਚੱਲਦੀਆਂ, ਜਿਵੇਂ YouTube ਤੇ ਕਈ ਵਾਰ ਵੀਡੀਓਜ਼ ਹੁੰਦੀਆਂ ਨੇ ਉਹ ਲਾਈਵ ਚੱਲਦੀਆਂ ਨੇ, ਠੀਕ ਹੈ। ਕਈ ਵਾਰ ਮੈਚ ਦੀ ਫੋਰਕਾਸਟ ਜਿਹੜੀ ਹੁੰਦੀ ਹੈ, ਮੈਚ ਲਾਈਵ ਚੱਲਦਾ ਹੁੰਦਾ ਹੈਗਾ। ਸੋ ਦੂਸਰਾ ਹੈਗਾ ਲਾਈਵ, ਪਹਿਲਾ ਹੈਗਾ ਲਿਵ। ਹਾਲਾਂਕਿ ਦੋਨਾਂ ਦੇ ਸਪੈਲਿੰਗ ਸੇਮ ਨੇ, ਬਟ ਦੋਨਾਂ ਦਾ ਮੀਨਿੰਗ ਕੀ ਹੋ ਗਿਆ, ਡਿਫਰੈਂਟ ਹੋ ਗਿਆ। ਸੋ ਹੋਪਫੁਲੀ ਤੁਸੀਂ ਸਮਝ ਗਏ ਹੋਵੋਗੇ ਹੋਮੋਗ੍ਰਾਫ ਕੀ ਹੁੰਦੇ ਨੇ, ਦੋ ਜਾਂ ਦੋ ਤੋਂ ਬਾਅਦ ਸ਼ਬਦ ਜਿਨ੍ਹਾਂ ਦੇ ਸਪੈਲਿੰਗ ਜਾਂ ਰਿਟਨ ਫਾਰਮ ਜਿਹੜੀ ਹੈਗੀ ਹੈ ਸੇਮ ਹੈ, ਬਟ ਉਹਨਾਂ ਦਾ ਮੀਨਿੰਗ ਅਲੱਗ ਹੋਵੇ। ਪ੍ਰੋਨੰਸੀਏਸ਼ਨ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਅਲੱਗ-ਅਲੱਗ ਹੈ, ਠੀਕ ਹੈ। ਜਨਰਲੀ ਅਲੱਗ-ਅਲੱਗ ਹੀ ਹੁੰਦੀ ਹੈ ਆਮ ਤੌਰ ਤੇ, ਬਟ ਕਿਤੇ ਕਿਤੇ ਸੇਮ ਵੀ ਹੋ ਸਕਦੀ ਹੈ, ਤਾਂ ਕਰਕੇ ਆਪਾਂ ਉਹਦਾ ਇੱਥੇ ਜ਼ਿਕਰ ਨਹੀਂ ਕੀਤਾ। ਹਾਂਜੀ, ਸੈਕਿੰਡ ਸਾਡਾ ਆ ਗਿਆ ਹੋਮੋਫੋਨ। ਸੋ ਹੋਮੋਫੋਨ ਕੀ ਆ ਗਿਆ, ਮੈਂ ਡੈਫੀਨੇਸ਼ਨ ਨੂੰ ਸੇਮ ਹੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅ ਵਰਡ that is pronounced the same as another word। ਪਹਿਲਾਂ ਇੱਥੋਂ ਤੱਕ ਸਮਝਿਆ ਕਰੋ। ਕਹਿੰਦੇ ਉਹ ਵਾਲਾ ਸ਼ਬਦ ਜਿਸ ਦੀ ਪ੍ਰੋਨੰਸੀਏਸ਼ਨ ਸੇਮ ਹੈ ਦੂਸਰੇ ਸ਼ਬਦ ਦੇ ਨਾਲ, ਦੂਸਰੇ ਵਰਡ ਦੇ ਨਾਲ, ਮਤਲਬ ਦੋਨਾਂ ਨੂੰ ਸੇਮ ਹੀ ਪ੍ਰੋਨਾਉਂਸ ਕੀਤਾ ਜਾਂਦਾ ਹੈਗਾ, ਬਟ ਹੈਜ਼ ਆ ਡਿਫਰੈਂਟ ਸਪੈਲਿੰਗ ਐਂਡ ਮੀਨਿੰਗ। ਦੇਖੋ ਇੱਥੇ ਤਿੰਨ ਚੀਜ਼ਾਂ ਆ ਗਈਆਂ, ਉੱਥੇ ਦੋ ਹੀ ਮੈਂ ਰੱਖੀਆਂ ਸੀਗੀਆਂ, ਕਿਉਂਕਿ ਜੋ ਪ੍ਰੋਨੰਸੀਏਸ਼ਨ ਹੈ ਉਹ ਸੇਮ ਵੀ ਹੋ ਸਕਦੀ ਹੈ, ਡਿਫਰੈਂਟ ਵੀ ਹੋ ਸਕਦੀ ਹੈ। ਜਨਰਲੀ ਮੈਂ ਬੋਲਿਆ ਸੀ ਕਿ ਉਹ ਡਿਫਰੈਂਟ ਹੀ ਹੁੰਦੀ ਹੈ ਪਹਿਲੇ ਕੇਸ ਦੇ ਵਿੱਚ, ਬਟ ਇੱਥੋਂ ਤਿੰਨ ਚੀਜ਼ਾਂ ਸਾਨੂੰ ਨਾਲ ਲੈ ਕੇ ਜਾਣੀਆਂ ਪੈਣਗੀਆਂ ਨੇ। ਇੱਕ ਤਾਂ ਪ੍ਰੋਨਾਉਂਸਡ, ਇੱਕ ਸਪੈਲਿੰਗ, ਸਪੈਲਿੰਗ ਦਾ ਮਤਲਬ ਰਿਟਨ ਫਾਰਮ ਉਹੀ ਆ ਗਈ, ਇੱਕ ਮੀਨਿੰਗ। ਸੋ ਉਹ ਵਾਲੇ ਸ਼ਬਦ ਜਿਨ੍ਹਾਂ ਦੀ ਜਿਹੜਾ ਸਾਊਂਡ ਹੈ ਉਹ ਅਲੱਗ-ਅਲੱਗ ਹੋਊਗਾ, ਪ੍ਰੋਨੰਸੀਏਸ਼ਨ ਅਲੱਗ-ਅਲੱਗ ਹੋਏਗੀ, ਬਟ ਉਹਨਾਂ ਦੇ ਸਪੈਲਿੰਗ ਤੇ ਮੀਨਿੰਗ ਕੀ ਹੋਊਗਾ, ਸੌਰੀ, ਪ੍ਰੋਨੰਸੀਏਸ਼ਨ ਜਿਹੜੀ ਹੈਗੀ ਉਹ ਸੇਮ ਹੋਊਗੀ, ਸਾਊਂਡ ਜਿਹੜਾ ਉਹ ਸੇਮ ਹੋਊਗਾ, ਬਟ ਉਹਨਾਂ ਦਾ ਜੋ ਮੀਨਿੰਗ ਹੈ ਤੇ ਸਪੈਲਿੰਗ ਹੈ ਉਹ ਡਿਫਰੈਂਟ ਹੋਣਗੇ। ਆਪਾਂ ਐਗਜ਼ਾਮਪਲ ਦੇ ਨਾਲ ਇਹਨੂੰ ਸਮਝਦੇ ਹਾਂ ਇਸ ਕੇਸ ਦੇ ਵਿੱਚ। ਸੋ ਇੱਥੇ ਦੇਖੋ ਐਗਜ਼ਾਮਪਲ ਲਈ ਹੈ, ਇੱਥੇ ਮੈਂ ਲਿਖ ਦਿੰਦਾ ਜੀ SON ਪਹਿਲੇ ਕੇਸ ਦੇ ਵਿੱਚ, ਦੂਸਰੇ ਕੇਸ ਦੇ ਵਿੱਚ ਮੈਂ ਲਿਖ ਦਿੰਦਾ S2N। ਸੋ ਪਹਿਲੇ ਨੂੰ ਵੀ ਸਨ ਕਹਾਂਗੇ, ਫਿਰ ਦੂਸਰੇ ਨੂੰ ਵੀ ਸਨ ਕਹਾਂਗੇ, ਹੈ ਨਾ। ਸੋ ਹੋ ਗਈ ਨਾ ਪ੍ਰੋਨੰਸੀਏਸ਼ਨ ਸੇਮ, ਦੋਨਾਂ ਦਾ ਸਾਊਂਡ ਸੇਮ ਹੋ ਗਿਆ। ਸੋ ਪਹਿਲੇ ਨੂੰ ਵੀ ਸਨ ਕਹਾਂਗੇ, ਪਹਿਲੇ ਦਾ ਮਤਲਬ ਪੁੱਤਰ ਹੈ, ਸਨ ਵਾਲਾ, ਠੀਕ ਹੈ, ਇਹਦਾ ਮਤਲਬ ਹੈਗਾ ਜੀ ਪੁੱਤਰ ਪਹਿਲੇ ਕੇਸ ਦੇ ਵਿੱਚ, ਤੇ ਦੂਸਰੇ ਸਨ ਦਾ ਮਤਲਬ ਕੀ ਹੋ ਗਿਆ, ਸੂਰਜ। ਹੁਣ ਦੋਨਾਂ ਨੂੰ ਧਿਆਨ ਨਾਲ ਦੇਖੋ ਕਿ ਇਹਨਾਂ ਦੀ ਪ੍ਰੋਨੰਸੀਏਸ਼ਨ ਤਾਂ ਸੇਮ ਹੈ, ਸਨ ਹੀ ਕਹਾਂਗੇ ਦੋਨਾਂ ਨੂੰ ਆਪਾਂ, ਲੇਕਿਨ ਇਹਨਾਂ ਦੇ ਸਪੈਲਿੰਗ ਵੀ ਅਲੱਗ-ਅਲੱਗ ਨੇ। ਪਹਿਲੇ ਦੇ ਸਪੈਲਿੰਗ SON ਨੇ, ਦੂਸਰੇ ਦੇ S2N ਨੇ, ਤੇ ਇਹਨਾਂ ਦਾ ਮੀਨਿੰਗ ਵੀ ਅਲੱਗ-ਅਲੱਗ ਹੈ, ਕਿਉਂਕਿ ਦੂਜੇ ਦਾ ਮੀਨਿੰਗ ਸੂਰਜ ਹੈ, ਪਹਿਲੇ ਦਾ ਪੁੱਤਰ ਹੈ, ਠੀਕ ਹੈ। ਤਾਂ SON ਐਂਡ S2N ਆਪਸ ਦੇ ਵਿੱਚ ਕੀ ਹੋ ਗਏ ਜੀ, ਦੋਨੋਂ ਇਹ ਹੋਮੋਫੋਨ ਹੋ ਗਏ। ਵਿੱਚ ਸ਼ਬਦ ਆ ਗਿਆ ਨਾ ਫੋਨ, ਤਾਂ ਹੋਮੋ ਦਾ ਮਤਲਬ ਸੇਮ ਹੁੰਦਾ, ਮੈਂ ਦੱਸਿਆ। ਫੋਨ ਦਾ ਮਤਲਬ ਸਾਊਂਡ ਦੇ ਨਾਲ ਹੈ, ਜਾਂ ਕਹਿ ਲਓ ਪ੍ਰੋਨੰਸੀਏਸ਼ਨ ਦੇ ਨਾਲ ਹੈ, ਜੋ ਕਿ ਸੇਮ ਹੀ ਤਰੀਕੇ ਨਾਲ ਪ੍ਰੋਨਾਉਂਸ ਕੀਤੇ ਜਾਣ, ਠੀਕ ਹੈ। ਇਹਨੂੰ ਇਦਾਂ ਵੀ ਸਮਝ ਸਕਦੇ ਹਾਂ ਆਪਾਂ। ਹੋਰ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਦੇਖੋ ਇੱਕ ਹੁੰਦਾ TWO2, ਇੱਕ ਹੋ ਗਿਆ TOO2, ਇੱਕ TO ਵੀ ਹੁੰਦਾ ਹੈ ਨਾ, ਕੱਲਾ 2। ਦੇਖੋ TWO ਨੂੰ ਵੀ 2 ਕਹਾਂਗੇ, ਪਰ ਇਹਦਾ ਮਤਲਬ ਹੁੰਦਾ ਜੀ 2 ਹੁੰਦਾ ਹੈ ਨਾ। TOO ਨੂੰ ਵੀ 2 ਕਹਾਂਗੇ, ਪਰ ਇਹਦਾ ਮਤਲਬ 20 ਹੁੰਦਾ, ਠੀਕ ਹੈ। ਸਿਮਿਲਰਲੀ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਵਰਤਦੇ ਹਾਂ TO ਨੂੰ ਜਨਰਲੀ ਆਮ ਕਰਕੇ। ਸੋ ਦੇਖੋ ਇਹਦੇ ਵਿੱਚ ਵੀ ਆ ਤਿੰਨੇ ਵੀ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਨਾਂ ਦੇ ਸਪੈਲਿੰਗ ਅਲੱਗ-ਅਲੱਗ ਨੇ, ਤਿੰਨਾਂ ਦੀ ਮੀਨਿੰਗ ਅਲੱਗ-ਅਲੱਗ ਨੇ, ਬਟ ਤਿੰਨਾਂ ਦੀ ਸਾਊਂਡ ਕੀ ਹੈ, ਪ੍ਰੋਨਾਉਂਸ ਕਰਨ ਦਾ ਤਰੀਕਾ ਕੀ ਹੈ, ਸੇਮ ਹੈ, ਸਭ ਨੂੰ ਅਸੀਂ 2 ਬੋਲਦੇ ਹਾਂ, ਠੀਕ ਹੈ। ਸੋ ਇਦਾਂ ਦੇ ਸ਼ਬਦ ਆਪਸ ਦੇ ਵਿੱਚ ਹੁੰਦੇ ਨੇ ਜੀ ਹੋਮੋਫੋਨ। ਹਾਂਜੀ, ਥਰਡ ਸਾਡਾ ਆ ਗਿਆ ਬਿਲਕੁਲ ਇਹਨਾਂ ਦੇ ਨਾਲ ਦਾ ਹੀ ਹੈਗਾ, ਹੋਮੋਨਿਮ, ਠੀਕ ਹੈ। ਇਹ ਹੈਗਾ ਹੋਮੋਨਿਮ। ਸੋ ਇਹਦੇ ਵਿੱਚ ਦੇਖ ਲੈਂਦੇ ਕੀ ਹੁੰਦਾ, ਅ ਵਰਡ that is spelt and pronounced the same। ਸੋ ਦੋ ਚੀਜ਼ਾਂ ਸੇਮ ਨੇ ਇਹਦੇ ਵਿੱਚ। ਇਹਦੇ ਵਿੱਚ ਦੇਖੋ ਸਪੈਲਿੰਗ ਵੀ ਸੇਮ ਹੈ, ਠੀਕ ਹੈ। ਸਪੈਲਿੰਗ ਦਾ ਮਤਲਬ ਮੈਂ ਪਹਿਲਾਂ ਹੀ ਬੋਲਤਾ ਹੋਇਆ ਤੁਹਾਨੂੰ, ਉਹਨੂੰ ਬੇਸ਼ੱਕ ਤੁਸੀਂ ਦੁਬਾਰਾ ਵੀ ਲਿਖ ਸਕਦੇ ਹੋ ਸਿੰਪਲ ਫਾਰਮ ਦੇ ਵਿੱਚ, ਕਿ ਜਿਹੜੀ ਰਿਟਨ ਫਾਰਮ ਹੈ ਉਹਨਾਂ ਦੀ, ਠੀਕ ਹੈ, ਉਹ ਵੀ ਸੇਮ ਹੋਏਗੀ, ਰਿਟਨ ਫਾਰਮ ਵੀ ਸੇਮ ਹੋਏਗੀ, ਇੱਕੋ ਜਿਹੇ ਲੈਟਰ ਹੋਣਗੇ, ਲਿਖੇ ਜਾਣਗੇ ਉਹ, ਅਤੇ ਇਹਦੇ ਵਿੱਚ ਹੋਰ ਕੀ ਹੋਏਗਾ ਜੀ, ਤੇ ਉਹ ਪ੍ਰੋਨਾਉਂਸ ਵੀ ਸੇਮ ਹੀ ਹੋਣਗੇ, ਠੀਕ ਹੈ। ਜੋ ਪ੍ਰੋਨਾਉਂਸ ਨੇ ਉਹ ਵੀ ਸੇਮ ਹੀ ਹੋਣਗੇ, ਪ੍ਰੋਨਾਉਂਸ ਦਾ ਮਤਲਬ ਸਾਊਂਡ ਹੋ ਗਿਆ, ਉਹ ਵੀ ਸੇਮ ਹੀ ਹੋਊਗਾ। ਦੋ ਚੀਜ਼ਾਂ ਸੇਮ ਹੋ ਗਈਆਂ ਜੀ ਹੋਮੋਨਿਮ ਦੇ ਵਿੱਚ, ਬਟ ਹੈਜ਼ ਡਿਫਰੈਂਟ ਮੀਨਿੰਗ, ਬਟ ਮੀਨਿੰਗ ਉਹਨਾਂ ਦਾ ਅਰਥ ਕੀ ਹੋਏਗਾ, ਅਲੱਗ-ਅਲੱਗ ਹੋਏਗਾ। ਸੋ ਸਪੈਲਿੰਗ ਵੀ ਸੇਮ ਨੇ,
ਠੀਕ ਹੈ, ਉਹਨਾਂ ਦੀ ਪ੍ਰੋਨੰਸੀਏਸ਼ਨ ਵੀ ਸੇਮ ਹੋਏਗੀ, ਠੀਕ ਹੈ, ਸੇਮ ਹੀ ਤਰੀਕੇ ਨਾਲ ਪ੍ਰੋਨਾਉਂਸ ਕੀਤੇ ਜਾਣਗੇ ਉਹ, ਬਟ ਉਹਨਾਂ ਦਾ ਮੀਨਿੰਗ ਅਲੱਗ-ਅਲੱਗ ਹੋਏਗਾ। ਇੱਕ ਗੱਲ ਤੁਸੀਂ ਸਭ ਨੇ ਨੋਟ ਕਰ ਲਈ ਹੋਏਗੀ ਕਿ ਸਾਰੇ ਕੇਸਿਸ ਦੇ ਵਿੱਚ ਜਿਹੜਾ ਮੀਨਿੰਗ ਹੈ ਜੀ, ਤਿੰਨਾਂ ਕੇਸਿਸ ਦੇ ਵਿੱਚ ਉਹ ਤਾਂ ਅਲੱਗ-ਅਲੱਗ ਹੈਗਾ। ਪਹਿਲੇ ਕੇਸ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਕਿ ਸਪੈਲਿੰਗ ਸੇਮ ਹੋਣਗੇ, ਪ੍ਰੋਨੰਸੀਏਸ਼ਨ ਜਨਰਲੀ ਤੇ ਮੀਨਿੰਗ ਜਨਰਲੀ ਅਲੱਗ-ਅਲੱਗ ਨੇ, ਠੀਕ ਹੈ, ਮੀਨਿੰਗ ਤਾਂ ਅਲੱਗ-ਅਲੱਗ ਹੀ ਹੈ ਤਿੰਨਾਂ ਦੇ ਵਿੱਚ। ਪਹਿਲੇ ਹੋਮੋਗ੍ਰਾਫ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਸਪੈਲਿੰਗ ਸੇਮ ਹੋਣਗੇ, ਆਮ ਤੌਰ ਤੇ ਜਿਹੜੀ ਸਾਊਂਡ ਹੈ, ਪ੍ਰੋਨੰਸੀਏਸ਼ਨ ਹੈ, ਉਹ ਅਲੱਗ ਹੋਏਗੀ, ਮੀਨਿੰਗ ਤਾਂ ਅਲੱਗ ਹੋਏਗਾ। ਦੂਸਰੇ ਕੇਸ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਹੋਮੋਫੋਨ ਦੇ ਵਿੱਚ ਕਿ ਪ੍ਰੋਨੰਸੀਏਸ਼ਨ ਸੇਮ ਹੋਏਗੀ, ਸਪੈਲਿੰਗ ਤੇ ਮੀਨਿੰਗ ਅਲੱਗ-ਅਲੱਗ ਹੋਣਗੇ, ਠੀਕ ਹੈ ਜੀ। ਥਰਡ ਕੇਸ ਦੇ ਵਿੱਚ ਆਪਾਂ ਕੀ ਪੜ੍ਹਦੇ ਪਏ ਆ, ਕੱਲਾ ਮੀਨਿੰਗ ਅਲੱਗ ਕਰਨਾ, ਬਾਕੀ ਦੋਨੋਂ ਚੀਜ਼ਾਂ ਸੇਮ ਕਰ ਦਿਓ ਕਿ ਸਪੈਲਿੰਗ ਵੀ ਸੇਮ ਨੇ, ਪ੍ਰੋਨੰਸੀਏਸ਼ਨ ਵੀ ਸੇਮ ਹੈ, ਬਟ ਜਿਹੜਾ ਮੀਨਿੰਗ ਹੈ ਉਹ ਅਲੱਗ-ਅਲੱਗ ਹੋਏਗਾ। ਐਗਜ਼ਾਮਪਲ ਲੈ ਕੇ ਆਪਾਂ ਸਮਝਦੇ ਹਾਂ, ਜਿਵੇਂ ਦੇਖੋ ਇੱਥੇ ਚਮਗਿੱਦੜ ਹੈਗਾ ਇਹ, ਠੀਕ ਹੈ, ਇਹਨੂੰ ਆਪਾਂ ਲਿਖਦੇ ਹੁੰਦੇ ਜੀ ਬੈਟ, BAT ਬੈਟ, ਚਮਗਿੱਦੜ ਨੂੰ ਆਪਾਂ ਬੈਟ ਲਿਖਦੇ ਹਾਂ, ਠੀਕ ਹੈ। ਸਿਮਿਲਰਲੀ ਆਹ ਬੈਟ ਤਾਂ ਸਾਰੇ ਜਾਣਦੇ ਹੋਵੋਗੇ, ਹੈ ਨਾ, ਕ੍ਰਿਕਟ ਖੇਡਣ ਲਈ ਵਰਤਿਆ ਜਾਂਦਾ, BAT ਬੈਟ ਆ ਗਿਆ, ਠੀਕ ਹੈ, ਬੈਟ। ਹੁਣ ਦੇਖੋ ਦੋਨੋਂ ਬੈਟ ਦੇ ਵਿੱਚ ਕੀ ਹੈ, ਦੋਨਾਂ ਦੀ ਰਿਟਨ ਫਾਰਮ ਸੇਮ ਹੈ, BAT ਬੈਟ, ਸਾਊਂਡ ਵੀ ਸੇਮ ਹੈ, ਠੀਕ ਹੈ, ਪ੍ਰੋਨਾਉਂਸ ਵੀ ਆਪਾਂ ਸੇਮ ਹੀ ਕਰਾਂਗੇ ਬੈਟ, ਬਟ ਦੋਨਾਂ ਦਾ ਮੀਨਿੰਗ ਅਲੱਗ-ਅਲੱਗ ਹੈ। ਇੱਕ ਬੈਟ ਦਾ ਮਤਲਬ ਉਹ ਦੂਸਰਾ ਬੱਲਾ ਹੈਗਾ, ਦੂਸਰੇ ਦਾ ਮਤਲਬ ਚਮਗਿੱਦੜ ਹੈ, ਠੀਕ ਹੈ ਜੀ। ਸੋ ਇਦਾਂ ਦਾ ਚੱਲਦਾ ਹੈਗਾ, ਹਾਲਾਂਕਿ ਕਈ ਵਾਰ ਇੱਕ ਦੂਸਰੇ ਨਾਲ ਵੀ ਲਿੰਕ ਹੁੰਦੇ ਨੇ, ਬਟ ਪਹਿਲੇ ਕੇਸ ਦੇ ਵਿੱਚ ਜ਼ਰੂਰ ਯਾਦ ਰੱਖਿਓ ਕਿ ਪ੍ਰੋਨੰਸੀਏਸ਼ਨ ਜਨਰਲੀ ਡਿਫਰੈਂਟ ਹੁੰਦੀ ਹੈ ਹੋਮੋਗ੍ਰਾਫ ਦੇ ਵਿੱਚ, ਬਹੁਤ ਰੇਅਰ ਸਿਚੁਏਸ਼ਨ ਦੇ ਵਿੱਚ ਉਹ ਕੀ ਹੁੰਦੀ ਹੈ, ਅਲੱਗ ਹੁੰਦੀ ਹੈ, ਬਟ ਜਨਰਲੀ ਅਲੱਗ ਹੁੰਦੀ ਹੈ। ਬਹੁਤ ਰੇਅਰ ਕੇਸਿਸ ਦੇ ਵਿੱਚ ਪ੍ਰੋਨੰਸੀਏਸ਼ਨ ਸੇਮ ਹੁੰਦੀ ਹੈ ਹੋਮੋਗ੍ਰਾਫ ਦੇ ਵਿੱਚ, ਹੋਮੋਗ੍ਰਾਫ ਜਿਹੜਾ ਆਪਾਂ ਕੀਤਾ ਸੀ ਉਹਦੇ ਵਿੱਚ, ਬਟ ਇੰਨਾ ਆਪਾਂ ਨੂੰ ਜ਼ਿਆਦਾ ਡੀਪ ਜਾਣ ਦੀ ਲੋੜ ਨਹੀਂ, ਜਿੰਨਾ ਕਿ ਮੈਂ ਸਕਰੀਨ ਤੇ ਲਿਖਿਆ ਆਈ ਥਿੰਕ ਇਹ ਮੋਰ ਦੈਨ ਸਫੀਸ਼ੀਐਂਟ ਹੈ, ਫਿਰ ਬਹੁਤ ਜ਼ਿਆਦਾ ਡਿਟੇਲ ਚਲੇ ਜਾਵਾਂਗੇ। ਇਸ ਤੋਂ ਇਲਾਵਾ ਹੋਰ ਦੇਖੋ ਕੋਈ, ਮੰਨ ਲਓ ਦੇਖੋ ਇੱਥੇ ਮੈਂ ਲਿਖਤਾ S2IT ਸੂਟ, S2IT ਸੂਟ, ਠੀਕ ਹੈ ਜੀ, तो ਇੱਥੇ ਥੋੜਾ ਜਿਹਾ ਡਿਫਿਕਲਟ ਹੈ ਲਿਖਣਾ, S2IT ਸੂਟ ਮੈਂ 2 ਵਾਰ ਲਿਖਤਾ। ਹੁਣ ਦੇਖੋ ਪਹਿਲੇ ਸੂਟ ਦਾ ਮਤਲਬ ਆਪਾਂ ਲੈ ਲੈਨੇ ਆ ਜੀ ਕਿ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਵੀ ਤੈਨੂੰ ਇਹ ਕੱਪੜੇ ਬੜੇ ਸੂਟ ਕਰਦੇ ਆ, ਹਨਾ, ਜਾਂ ਇਹ ਡਰੈਸ ਬੜੀ ਸੂਟ ਕਰਦੀ ਆ, ਪਹਿਲੇ ਸੂਟ ਤੋਂ ਮਤਲਬ ਉਹ ਹੈ ਜੀ, ਠੀਕ ਹੈ। ਦੂਸਰੇ ਸੂਟ ਦਾ ਮਤਲਬ ਹੈਗਾ ਕਲੌਥ ਦੇ ਨਾਲ, ਕੱਪੜਿਆਂ ਦੇ ਨਾਲ, ਡਰੈਸ ਦੇ ਨਾਲ। ਸੋ ਦੋਨਾਂ ਕੇਸਿਸ ਦੇ ਵਿੱਚ ਅਸੀਂ ਪ੍ਰੋਨਾਉਂਸ ਵੀ ਸੇਮ ਹੀ ਕਰ ਰਹੇ ਹਾਂ, ਸੂਟ, ਰਿਟਨ ਫਾਰਮ ਵੀ ਸੇਮ ਹੈ, ਬਟ ਜਿਹੜਾ ਮੀਨਿੰਗ ਹੈ ਦੋਨਾਂ ਦਾ ਅਲੱਗ-ਅਲੱਗ ਹੈ। ਪਹਿਲਾ ਸੂਟ ਜਨਰਲੀ ਹੋ ਗਿਆ, ਮੇਬੀ ਤੁਸੀਂ ਸਾਰੇ ਸਮਝ ਗਏ ਹੋਵੋਗੇ, ਕਈ ਵਾਰ ਕਿਸੇ ਚੀਜ਼ ਨੂੰ ਕਿਸੇ ਪਰਸਨ ਨੂੰ ਕੋਈ ਸਪੈਸ਼ਲ ਕੱਪੜਾ ਵਧੀਆ ਮਤਲਬ ਉਹਤੇ ਜੱਚ ਰਿਹਾ ਹੁੰਦਾ, ਆਪਾਂ ਕਹਿੰਦੇ ਤੈਨੂੰ ਬੜਾ ਸੂਟ ਕਰਦਾ ਹੈ ਨਾ, ਤੇ ਦੂਸਰੇ ਸੂਟ ਦਾ ਮਤਲਬ ਸਿੰਪਲ ਆਪਾਂ ਕੱਪੜਿਆਂ ਤੋਂ ਜਾਂ ਡਰੈਸ ਤੋਂ ਵੀ ਲੈ ਸਕਦੇ ਹਾਂ। ਸੋ ਇਦਾਂ ਦੇ ਜਿਹੜੇ ਹੁੰਦੇ ਨੇ ਐਗਜ਼ਾਮਪਲਸ ਨੇ ਦੋਨੋਂ, ਬੈਟ ਵਾਲੀਆਂ ਤੇ ਸੂਟ ਵਾਲੀਆਂ, ਕਾਹਦੀਆਂ ਐਗਜ਼ਾਮਪਲ ਨੇ ਜੀ, ਹੋਮੋਨਿਮ ਦੀਆਂ। ਹਾਂਜੀ, ਸਾਡਾ ਫੋਰਥ ਆ ਗਿਆ ਡਿਕਟੇਸ਼ਨ। ਇਹਦੇ ਵਿੱਚੋਂ ਵੀ PSET ਦੇ ਪੇਪਰ 'ਚ ਕੁਐਸਚਨ ਆਏ ਹੋਏ ਨੇ। ਡਿਕਟੇਸ਼ਨ ਸ਼ਬਦ ਅਸੀਂ ਆਮ ਹੀ ਸੁਣਦੇ ਹਾਂ ਅਤੇ ਬਹੁਤੀ ਜਗ੍ਹਾ ਤੇ ਅਸੀਂ ਵਰਤ ਵੀ ਰਹੇ ਹੁੰਦੇ ਹਾਂ, ਬਟ ਸਾਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਡਿਕਟੇਸ਼ਨ ਹੁੰਦਾ ਕੀ ਹੈ। ਡੈਫੀਨੇਸ਼ਨ ਮੈਂ ਲਿਖੀ ਹੈ ਸਿੰਪਲ ਤਰੀਕੇ ਨਾਲ, ਡਿਕਟੇਸ਼ਨ ਇਜ਼ ਦਾ ਸਪੀਕਿੰਗ ਔਰ ਰੀਡਿੰਗ ਅਲਾਉਡ ਆਫ ਵਰਡਸ। ਅਲਾਉਡ ਦਾ ਮਤਲਬ ਹੁੰਦਾ ਜੀ ਉੱਚਾ ਪੜ੍ਹਨਾ, ਉੱਚੀ, ਠੀਕ ਹੈ, ਉੱਚੀ। ਕਹਿੰਦੇ ਡਿਕਟੇਸ਼ਨ ਇੱਕ ਤਰ੍ਹਾਂ ਦਾ ਜਦੋਂ ਕੋਈ ਸਪੀਕ ਕਰਦਾ, ਮਤਲਬ ਬੋਲਦਾ ਜਾਂ ਪੜ੍ਹਦਾ, ਕਿਵੇਂ ਬੋਲਦਾ ਉਹ, ਉੱਚੀ ਬੋਲਦਾ ਸ਼ਬਦਾਂ ਨੂੰ, ਫॉर ਸਮਵਨ, ਕਿਹਦੇ ਲਈ, ਕਿਸੇ ਦੂਸਰਿਆਂ ਲਈ, ਐਸ ਟੂ ਰਾਈਟ ਡਾਊਨ। ਮਤਲਬ ਅਗਰ ਮੈਂ ਆਮ ਸ਼ਬਦਾਂ ਦੇ ਵਿੱਚ ਕਹਾਂ ਕਿ ਜਦੋਂ ਕੋਈ, ਦੇਖੋ ਨਾਰਮਲੀ ਸਾਡੇ ਸਕੂਲਾਂ ਦੇ ਵਿੱਚ ਕਾਫੀ ਵਾਰ ਹੁੰਦਾ, ਸਪੈਸ਼ਲੀ ਛੋਟੀਆਂ ਕਲਾਸਿਸ ਦੇ ਵਿੱਚ, ਕਿ ਟੀਚਰ ਬੁੱਕ ਲੈ ਕੇ ਜਾਂ ਕੋਈ ਨਾ ਕੋਈ ਨੋਟਸ ਲੈ ਕੇ ਖੜ ਜਾਂਦਾ, ਜਿਵੇਂ ਦੇਖੋ ਇੱਥੇ ਟੀਚਰ ਖੜਾ ਹੋਇਆ ਹੈਗਾ, ਉਹਨੂੰ ਦੇਖ ਕੇ ਬੋਲੀ ਜਾਂਦਾ, ਠੀਕ ਹੈ, ਪੰਜਾਬੀ ਹੈ, ਇੰਗਲਿਸ਼ ਹੈ, ਚਾਹੇ ਹਿੰਦੀ ਹੈ, ਜੋ ਵੀ ਹੈ, ਉਹਨੂੰ ਲਾਈਨਸ ਆਪਣੀਆਂ ਬੋਲੀ ਜਾਂਦਾ, ਐਂਡ ਸਟੂਡੈਂਟ ਕੀ ਕਰਦੇ ਨੇ, ਉਹਨਾਂ ਨੂੰ ਨੋਟ ਕਰ ਰਹੇ ਹੁੰਦੇ ਆ। ਇੱਥੇ ਦੇਖੋ ਧਿਆਨ ਨਾਲ, ਤੇ ਸਟੂਡੈਂਟ ਉਹਨਾਂ ਨੂੰ ਨੋਟ ਕਰ ਰਹੇ ਹੁੰਦੇ ਆ, ਤਾਂ ਇਹ ਕਿਹੜਾ ਪ੍ਰੋਸੈਸ ਵਰਤਿਆ ਜਾ ਰਿਹਾ, ਕੀ ਹੋ ਰਿਹਾ ਇੱਥੇ, ਡਿਕਟੇਸ਼ਨ। ਸੋ ਡਿਕਟੇਸ਼ਨ ਦਾ ਸਿੰਪਲ ਜਿਹਾ ਮਤਲਬ ਹੈ ਕਿ ਜਦੋਂ ਕੋਈ ਉੱਚੀ ਉੱਚੀ ਸ਼ਬਦਾਂ ਨੂੰ, ਠੀਕ ਹੈ, ਬੋਲ ਰਿਹਾ ਹੋਵੇ, ਜਾਂ ਕਿ ਲੋ ਪੜ੍ਹ ਰਿਹਾ ਹੋਵੇ ਦੂਜਿਆਂ ਦੇ ਲਈ, ਤੇ ਦੂਜੇ ਉਹਨਾਂ ਨੂੰ ਬੋਲੇ ਗਿਆ ਨੂੰ ਲਿਖ ਰਹੇ ਹੋਣ, ਨੋਟ ਡਾਊਨ ਕਰ ਰਹੇ ਹੋਣ, ਤਾਂ ਇੱਥੇ ਕੀ ਹੋ ਰਹੀ ਹੈ ਜੀ, ਡਿਕਟੇਸ਼ਨ। ਸੋ ਸਿੰਪਲ ਜਿਹਾ ਕੰਮ ਹੈ ਡਿਕਟੇਸ਼ਨ, ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ। ਸੋ ਡਿਕਟੇਸ਼ਨ ਕਾਫੀ ਵਾਰ ਹੁੰਦੀ ਹੈ, ਟੀਚਰ ਨਾਰਮਲੀ ਬੋਲਦੇ ਨੇ, ਠੀਕ ਹੈ, ਬੱਚੇ ਲਿਖਦੇ ਨੇ, ਉਹ ਵੀ ਡਿਕਟੇਸ਼ਨ ਹੈ ਇੱਕ ਤਰ੍ਹਾਂ ਦੀ। ਸੋ ਡਿਕਟੇਸ਼ਨ ਦਾ ਬਸ ਇੰਨਾ ਕੁ ਸੀ। ਡਿਕਟੇਸ਼ਨ ਦੇ ਬੈਨੀਫਿਟ ਬਹੁਤ ਨੇ ਜੀ, ਠੀਕ ਹੈ, ਇਹਦੇ ਨਾਲ ਕਈ ਵਾਰ ਜੋ ਸਪੈਲਿੰਗ ਹੈ ਉਹ ਇੰਪਰੂਵ ਹੁੰਦੇ ਨੇ, ਬੱਚਿਆਂ ਦੀ ਲਿਸਨਿੰਗ ਜਿਹੜੀ ਸਕਿੱਲ ਹੈ, ਠੀਕ ਹੈ, ਉਹ ਤੇ ਵੱਧ ਫੋਕਸ ਦਿੱਤਾ ਜਾਂਦਾ, ਬੱਚੇ ਸੁਣਦੇ ਨੇ ਤੇ ਬਾਅਦ ਦੇ ਵਿੱਚ ਉਹ ਲਿਖਦੇ ਨੇ। ਬੱਚਿਆਂ ਦੀ ਕੰਸੈਂਟਰੇਸ਼ਨ ਜਿਹੜੀ ਹੈਗੀ ਆ ਉਹ ਮਤਲਬ ਪ੍ਰੋਪਰ ਪੂਰਾ ਧਿਆਨ ਉਹਨਾਂ ਨੂੰ ਟੀਚਰ ਤੇ ਰੱਖਣਾ ਪੈਂਦਾ ਕਿ ਟੀਚਰ ਕੀ ਬੋਲ ਰਿਹਾ ਹੈਗਾ, ਉਹਨਾਂ ਦੀ ਕੰਸੈਂਟਰੇਸ਼ਨ ਜਿਹੜੀ ਹੈਗੀ ਸਟੱਡੀ ਪ੍ਰਤੀ ਉਹ ਬੈਟਰ ਹੁੰਦੀ ਹੈ, ਲਿਸਨਿੰਗ ਸਕਿੱਲ ਉਹਨਾਂ ਦੀ ਵਧੀਆ ਹੋ ਜਾਂਦੀ ਹੈ। ਸੋ ਕਾਫੀ ਬੈਨੀਫਿਟ ਨੇ ਡਿਕਟੇਸ਼ਨ ਦੇ। ਸੋ ਡਿਕਟੇਸ਼ਨ ਦੇ ਨਾਲ ਹੀ ਇੱਕ ਹੋਰ ਸ਼ਬਦ ਆਉਂਦਾ ਜੀ ਆਪਾਂ ਨੂੰ ਪੇਪਰ ਦੇ ਵਿੱਚ, ਇਕੱਠੀ ਆਉਂਦੇ ਨੇ ਕਈ ਵਾਰ, ਟ੍ਰਾਂਸਕ੍ਰਿਪਸ਼ਨ, ਠੀਕ ਹੈ, ਟ੍ਰਾਂਸਕ੍ਰਿਪਸ਼ਨ
ਨੋਟ ਕਰ ਲਓ ਇਹਨੂੰ, ਮੈਂ ਇੱਥੇ ਲਿਖ ਦਿੰਦਾ ਟ੍ਰਾਂਸਕ੍ਰਿਪਸ਼ਨ, ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਇਹ। ਸੋ ਆਈ ਦੇ ਉੱਪਰ ਇਦਾਂ ਗਾ, ਠੀਕ ਹੈ, ਇਹ ਲਾਈਨ ਵੈਸੇ ਹੀ ਵੱਜ ਜਾਂਦੀ ਹੈ ਪੈਨਸਿਲ ਦੇ ਨਾਲ, ਟ੍ਰਾਂਸਕ੍ਰਿਪਸ਼ਨ। ਸੋ ਟ੍ਰਾਂਸਕ੍ਰਿਪਸ਼ਨ, ਅਸੀਂ ਟ੍ਰਾਂਸਕ੍ਰਿਪਟ ਸ਼ਬਦ ਕਾਫੀ ਵਾਰ ਵਰਤਦੇ ਹਾਂ, ਜਿਵੇਂ ਡਿਕਟੇਸ਼ਨ ਅਸੀਂ ਕਾਫੀ ਵਾਰ ਵਰਤਦੇ ਹਾਂ। ਤਾਂ ਹਾਲਾਂਕਿ ਡਿਕਟੇਸ਼ਨ ਫਰਦਰ ਹੋਰ ਟਾਈਪ ਦੀ ਵੀ ਹੁੰਦੀ ਹੈ, ਪਰ ਇੰਨਾ ਆਪਾਂ ਨੂੰ ਅੱਗੇ ਜਾਣ ਦੀ ਲੋੜ ਨਹੀਂ, ਆਪਾਂ ਨੂੰ ਤਾਂ ਸਿੰਪਲ ਜਿਹਾ ਮਤਲਬ ਪਤਾ ਹੋਵੇ ਡਿਕਟੇਸ਼ਨ ਕੀ ਹੈਗੀ, ਠੀਕ ਹੈ, ਇੰਨੀ ਸਫੀਸ਼ੀਐਂਟ ਹੈ ਆਪਣੇ ਲਈ। ਸੋ ਟ੍ਰਾਂਸਕ੍ਰਿਪਸ਼ਨ ਹੁੰਦਾ ਜੀ ਕਿ ਮੰਨ ਲਓ ਕੋਈ ਆਡੀਓ ਸੁਣਦਾ ਪਿਆਗਾ ਕੋਈ, ਠੀਕ ਹੈ, ਆਡੀਓ ਸੁਣ ਰਿਹਾ ਉਹ, ਜਾਂ ਉਹਦੇ ਦਿਮਾਗ ਦੇ ਵਿੱਚ ਕੁਝ ਹੈਗਾ, ਤਾਂ ਉਸ ਤੋਂ ਬਾਅਦ ਉਹਨੂੰ ਟਾਈਪ ਵਗੈਰਾ ਕਰੀ ਜਾਂਦਾ ਜਾਂ ਕਿਤੇ ਲਿਖੀ ਜਾਂਦਾ ਹੈਗਾ, ਮਤਲਬ ਇਹਨੂੰ ਬੋਲਦੇ ਹਾਂ ਅਸੀਂ ਟ੍ਰਾਂਸਕ੍ਰਿਪਸ਼ਨ। ਵੈਸੇ ਵੀ ਬੜਾ ਬ੍ਰੌਡ ਟੌਪਿਕ ਹੈ, ਸੋ ਇਹਦਾ ਮੈਂ ਅਗਰ ਸਿੰਪਲ ਲਿਖਾਂ ਨਾ ਤਾਂ ਮੈਂ ਲਿਖ ਸਕਦਾ ਪ੍ਰੈਕਟਿਸਿੰਗ, ਠੀਕ ਹੈ, ਰਾਈਟਿੰਗ, ਬਸ ਇੰਨਾ ਲਿਖ ਦੋ, ਠੀਕ ਹੈ, ਕਿ ਲਿਖਣ ਦੀ ਪ੍ਰੈਕਟਿਸ ਕਰਨਾ। ਦੇਖੋ ਲਿਖਣ ਦੀ ਪ੍ਰੈਕਟਿਸ ਕਾਫੀ ਤਰੀਕਿਆਂ ਨਾਲ ਹੋ ਸਕਦੀ ਹੈ, ਜਿਵੇਂ ਮੰਨ ਲਓ ਮੈਂ ਤੁਹਾਨੂੰ ਕਿਹਾ ਕਿ ਕੋਈ ਆਡੀਓ ਸੁਣਦਾ ਪਿਆਗਾ, ਉਹ ਜਿਵੇਂ ਜਿਵੇਂ ਆਡੀਓ ਦੇ ਵਿੱਚ ਬੋਲੀ ਜਾਂਦੇ ਉਹ ਨਾਲ ਦੀ ਨਾਲ ਟਾਈਪ ਕਰ ਰਿਹਾ ਜਾਂ ਕਿਤੇ ਲਿਖ ਰਿਹਾ ਹੈਗਾ, ਹਨਾ, ਤਾਂ ਇਹਦਾ ਮਤਲਬ ਟ੍ਰਾਂਸਕ੍ਰਿਪਟ ਕਰ ਰਿਹਾ ਹੈਗਾ। ਸੋ ਟ੍ਰਾਂਸਕ੍ਰਿਪਸ਼ਨ ਦਾ ਜਿਹੜਾ ਸੰਬੰਧ ਹੈ ਜੀ, ਠੀਕ ਹੈ, ਉਹ ਹੈਗਾ ਰਾਈਟਿੰਗ ਦੀ ਪ੍ਰੈਕਟਿਸ ਦੇ ਨਾਲ। ਜਿਵੇਂ ਮੈਂ ਡਿਕਟੇਸ਼ਨ ਦੱਸਦਾ, ਟ੍ਰਾਂਸਕ੍ਰਿਪਸ਼ਨ ਦੱਸਦਾ, ਇਹਦੇ ਵਿੱਚੋਂ ਆਪਾਂ ਨੂੰ ਜਿਹੜੇ ਹੈਗੇ ਨੇ ਸਪੈਸ਼ਲੀ ਪੀਐਸਟੈਟ ਦੇ ਵਿੱਚ ਜਿਹੜੇ ਕੁਐਸਚਨ ਨੇ ਉਹ ਆਏ ਹੋਏ ਨੇ। ਤੋ ਹੁਣ ਮੇ ਵੀ ਆਪਾਂ ਪੰਜੇ ਦੇ ਪੰਜੇ ਜਿਹੜੇ ਟੌਪਿਕ ਨੇ ਉਹ ਕਵਰ ਕਰ ਲਏ ਹੈ। ਸੋ ਹੁਣ ਆਪਾਂ ਚੱਲਦੇ ਹਾਂ ਅੱਗੇ, ਕੁਝ ਆਪਾਂ ਐਮਸੀਕਿਊ ਦੇਖ ਲੈਂਦੇ ਹਾਂ, ਜਿਹੜੇ ਇੰਪੋਰਟੈਂਟ ਐਮਸੀਕਿਊ ਨੇ ਜਾਂ ਕੁਐਸਚਨ ਦੇ ਵਿੱਚ ਪੇਪਰਾਂ ਦੇ ਵਿੱਚ ਆਏ ਹੋਏ ਐਮਸੀਕਿਊ ਨੇ। ਹਾਂਜੀ, ਪਹਿਲਾਂ ਆਪਾਂ ਐਮਸੀਕਿਊ ਦੇਖ ਲੈਂਦੇ ਹਾਂ। ਫਰਸਟ ਐਮਸੀਕਿਊ ਆਪਣਾ, ਟੂ ਵਰਡਸ ਹੈਵ ਆਇਡੈਂਟੀਕਲ ਸਾਊਂਡ ਐਂਡ ਸਪੈਲਿੰਗ ਬਟ ਨਾਟ ਰਿਲੇਟਡ ਇਨ ਮੀਨਿੰਗ। ਇਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ, ਆਇਡੈਂਟੀਕਲ ਦਾ ਮਤਲਬ ਹੁੰਦਾ ਜੀ ਸੇਮ, SAME, ਸੇਮ, ਸੇਮ ਸਾਊਂਡ ਹੈ, ਸੇਮ ਪ੍ਰੋਨੰਸੀਏਸ਼ਨ ਹੈ, ਠੀਕ ਹੈ, ਸੇਮ ਹੀ ਸਪੈਲਿੰਗ ਨੇ, ਬਟ ਉਹਨਾਂ ਦਾ ਮੀਨਿੰਗ ਸੇਮ ਨਹੀਂ ਹੈਗਾ। ਨਾਟ ਰਿਲੇਟਡ ਇਨ ਮੀਨਿੰਗ ਲਿਖਿਆ ਨਾ, ਮੀਨਿੰਗ ਸੇਮ ਨਹੀਂ ਹੈਗਾ, ਤੁਹਾਨੂੰ ਅਸੀਂ ਕੀ ਬੋਲਦੇ ਹਾਂ, ਜਿਵੇਂ ਮੈਂ ਐਗਜ਼ਾਮਪਲ ਲਈ ਸੀ ਉੱਥੇ ਬੈਟ ਦੀ, ਦੇਖੋ ਤਾਂ ਮੈਂ 2 ਵਾਰ ਬੈਟ ਲਿਖਤਾ, ਠੀਕ ਹੈ ਜੀ। ਸੋ ਪਹਿਲੇ ਬੈਟ ਦਾ ਮਤਲਬ ਆਪਣਾ ਕੀ ਸੀ, ਚਮਗਿੱਦੜ ਉਹ, ਤੇ ਦੂਸਰੇ ਬੈਟ ਦਾ ਮਤਲਬ ਖੇਡਣ ਵਾਲਾ ਬੈਟ ਹੋ ਗਿਆ। ਸੋ ਦੋਨਾਂ ਦੀ ਸਾਊਂਡ ਵੀ ਸੇਮ ਹੈ, ਠੀਕ ਹੈ, ਸਪੈਲਿੰਗ ਵੀ ਸੇਮ ਨੇ, ਬਟ ਇਹ ਦੋਨਾਂ ਦਾ ਮੀਨਿੰਗ ਅਲੱਗ-ਅਲੱਗ ਹੋ ਗਿਆ। ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ, ਜਦੋਂ ਸਿਰਫ ਕੱਲਾ ਮੀਨਿੰਗ ਅਲੱਗ ਹੋਵੇ, ਦੋ ਚੀਜ਼ਾਂ ਸੇਮ ਹੋਣ, ਤਾਂ ਉਹਨੂੰ ਅਸੀਂ ਬੋਲਦੇ ਹਾਂ ਜੀ ਹੋਮੋਨਿਮ। ਸੋ ਹੋਮੋਨਿਮ ਆਪਸ਼ਨ ਏ ਇਜ਼ ਦਾ ਕਰੈਕਟ ਆਂਸਰ। ਹੋਮੋਗ੍ਰਾਫ ਨਹੀਂ ਆ ਸਕਦਾ, ਹੋਮੋਫੋਨ ਨਹੀਂ ਆ ਸਕਦਾ। ਅੱਛਾ, ਇੱਕ ਪੋਲੀਸੈਮੀ ਆ ਸ਼ਬਦ ਆ ਜਾਂਦਾ ਹੈ, ਪੋਲੀਸੈਮੀ, POLY, ਪੋਲੀ ਦਾ ਮਤਲਬ ਹੀ ਹੁੰਦਾ ਜੀ ਬਹੁਤੇ। ਸੋ ਜਦੋਂ ਕਿਸੇ ਵਰਡ ਦੇ ਕਾਫੀ ਮੀਨਿੰਗ ਹੋਣ, ਜਦੋਂ ਕਿਸੇ ਵਰਡ ਦੇ ਕਾਫੀ ਨੂੰ ਮੈਂ ਲਿਖੂੰਗਾ ਮਲਟੀਪਲ ਮੀਨਿੰਗ ਹੋਣ, ਮਲਟੀਪਲ ਮੀਨਿੰਗ ਹੋਣ, ਤਾਂ ਉਹਦੇ ਲਈ ਅਸੀਂ ਸ਼ਬਦ ਯੂਜ਼ ਕਰਦੇ ਹਾਂ ਪੋਲੀਸੋਮੀ, ਪੋਲੀਸੈਮੀ, ਠੀਕ ਹੈ, ਮਲਟੀਪਲ ਮੀਨਿੰਗ ਦੇ ਲਈ। ਪੋਲੀ ਮਤਲਬ ਬਹੁਤੇ, ਠੀਕ ਹੈ, ਸੈਮੀ ਮਤਲਬ ਸਿਮੈਂਟਿਕ ਤੋਂ ਆਇਆ, ਮੀਨਿੰਗ ਤੋਂ ਆਇਆ, ਮਤਲਬ ਜਦੋਂ ਕਿਸੇ ਸ਼ਬਦ ਦੇ ਕਾਫੀ ਜ਼ਿਆਦਾ ਮੀਨਿੰਗ ਹੋਣ ਜਾਂ ਫਰੇਜ਼ ਦੇ ਮਲਟੀਪਲ ਮੀਨਿੰਗ ਹੋਣ, ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ ਪੋਲੀਸੈਮੀ। ਹਾਲਾਂਕਿ ਇੰਨਾ ਇੰਪੋਰਟੈਂਟ ਨਹੀਂ, ਬਟ ਨਾਲ ਦੀ ਨਾਲ ਆਪਾਂ ਇਹਨੂੰ ਵੀ ਕਵਰ ਕਰਤੇ ਹਾਂ। ਹੁਣ ਆਪਾਂ ਚੱਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਹਾਂਜੀ, ਸੈਕੰਡ ਕੁਐਸਚਨ ਹੈ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਹੋਮੋਗ੍ਰਾਫ। ਗ੍ਰਾਫ ਆ ਗਿਆ ਦੇਖੋ, ਮਤਲਬ ਜਿਹਦੇ ਵਿੱਚ ਰਾਈਟਿੰਗ ਸੇਮ ਹੈ ਜੀ। ਕਹਿੰਦੇ ਹੇਠ ਲਿਖਿਆਂ ਚੋਂ ਕਿਹੜਾ ਹੋਮੋਗ੍ਰਾਫ ਹੈ, ਹੋਮੋਗ੍ਰਾਫ ਦਾ ਜੋੜਾ ਗਾ, ਉਹ ਆਪਾਂ ਦੱਸਾਂਗੇ ਕਿ ਰਾਈਟਿੰਗ ਜਿਹੜੀ ਸੇਮ ਹੋਵੇ, ਰਿਟਨ ਫਾਰਮ ਸੇਮ ਹੋਵੇ, ਸਪੈਲਿੰਗ ਸੇਮ ਹੋਣ। ਤਾਂ ਪਹਿਲਾਂ ਤਾਂ ਨਹੀਂ ਆਊਗਾ ਜੀ ਇਹਦੇ ਵਿੱਚ, ਤਾਂ ਸਾਨੇ ਆਪਾਂ ਐਗਜ਼ਾਮਪਲ ਲਈ ਸੀ, ਇਹ ਤਾਂ ਸਾਡਾ ਆ ਗਿਆ ਹੋਮੋ, ਠੀਕ ਹੈ, ਹੋਮੋਫੋਨ ਆ ਗਿਆ ਤਾਂ, ਠੀਕ ਹੈ, ਸਾਊਂਡ ਹੀ ਸੇਮ ਹੈ, ਸਪੈਲਿੰਗ ਤੇ ਮੀਨਿੰਗ ਅਲੱਗ-ਅਲੱਗ ਹੈ। ਜਿਵੇਂ ਦੇਖੋ ਇੱਥੇ ਵੈਸੇ ਇੱਥੇ ਮਤਲਬ ਤਾਂ ਦੇਖੋ ਆਪਾਂ ਨੂੰ ਸਿੱਧੀ ਪਤਾ ਲੱਗਦਾ ਹੈ, ਸਨ ਦਾ ਮਤਲਬ ਸੂਰਜ, ਉਹ ਦੇ ਵੀ ਸਕਦੇ ਨੇ, ਸਨ ਦਾ ਮਤਲਬ ਇੱਥੇ ਪੁੱਤਰ ਆ ਜਾਂਦਾ ਜੀ, ਠੀਕ ਹੈ, ਇਸ ਕੇਸ ਦੇ ਵਿੱਚ ਵੈਸੇ ਥੋੜਾ ਆਪਣਾ ਆਪ ਵੀ ਸਮਝ ਸਕਦੇ ਹਾਂ। ਸੋ ਇੱਥੇ ਮੇਲ ਦਾ ਮਤਲਬ ਪੁਰਸ਼ ਹੋ ਗਿਆ ਜੀ, ਆਹ ਮੇਲ ਦਾ ਮਤਲਬ ਡਾਕ ਹੋ ਗਿਆ, ਇਹ ਵੀ ਅਲੱਗ ਹੋ ਗਿਆ, ਸਪੈਲਿੰਗ ਸਭ ਕੁਝ ਅਲੱਗ ਹੋ ਗਿਆ। ਸੋ ਇੱਥੇ LEAD, ਇਹਨੂੰ ਚਾਹੇ ਲੀਡ ਕਹੋ ਚਾਹੇ ਲੈਡ ਕਹੋ, ਫਿਰ ਡੈਡ ਆ ਗਿਆ, ਇਹ ਵੀ ਅਲੱਗ-ਅਲੱਗ ਕੰਮ ਹੋ ਗਿਆ। ਸੋ ਹੋਮੋਗ੍ਰਾਫ ਅਸੀਂ ਕੀ ਪੜ੍ਹਿਆ ਸੀ, ਅਗਰ ਧਿਆਨ ਦੇਈਏ, ਹੋਮੋਗ੍ਰਾਫ ਦੇ ਵਿੱਚ ਜਿਹੜੇ ਸਾਡੇ ਸਪੈਲਿੰਗ ਨੇ ਉਹ ਸੇਮ ਹੋਣਗੇ ਤੇ ਮੀਨਿੰਗ ਅਲੱਗ-ਅਲੱਗ ਹੋਊਗਾ, ਠੀਕ ਹੈ। ਪ੍ਰੋਨੰਸੀਏਸ਼ਨ ਮੈਂ ਕਿਹਾ ਸੀ ਜਨਰਲੀ ਅਲੱਗ-ਅਲੱਗ ਹੁੰਦੀ ਹੈ। ਸੋ ਇਹੀ ਵੱਡਾ ਫਰਕ ਹੈ ਜੀ ਹੋਮੋਨਿਮ ਤੇ ਹੋਮੋਗ੍ਰਾਫ ਦੇ ਵਿੱਚ, ਕਿ ਹੋਮੋਨਿਮ ਦੇ ਵਿੱਚ ਤਾਂ ਸਾਊਂਡ ਸੇਮ ਹੀ ਹੋਊਗਾ, ਬਟ ਗ੍ਰਾਫ ਦੇ ਵਿੱਚ ਜਨਰਲੀ ਆਮ ਤੌਰ ਤੇ ਉਹ ਮਤਲਬ ਬਹੁਤ ਸਾਰੇ ਕੇਸਿਸ ਦੇ ਵਿੱਚ ਅਲੱਗ-ਅਲੱਗ ਹੀ ਹੁੰਦਾ ਗਾ। ਜਿਵੇਂ ਆਪਾਂ ਉੱਥੇ ਐਗਜ਼ਾਮਪਲ ਵੀ ਸੀ ਲਈ ਸੀ, ਹੈ ਨਾ, ਲੈਡ ਵਾਲੀ। ਵੈਸੇ ਇਹਨਾਂ ਨੂੰ ਸਹੀ ਕਰਕੇ ਦੇਖੋ ਇਦਾਂ ਲਿਖ ਸਕਦੇ ਨੇ ਇਹ, ਤੇ ਜਿਵੇਂ ਆਹ ਲੈਡ ਲਿਖਤਾ ਦੂਸਰਾ, ਇਹਦੇ ਪਿੱਛੇ ਉਹ ਮੈਟਲ ਪਾ ਸਕਦੇ ਨੇ ਬ੍ਰੈਕਟ ਦੇ ਵਿੱਚ, ਇਸ ਤਰੀਕੇ ਨਾਲ, ਹੈ ਨਾ, ਮੈਟਲ ਤਾਂ ਪਹਿਲੇ ਲੈਡ ਦੇ ਪਿੱਛੇ ਪਾ ਸਕਦੇ ਨੇ ਟੂ ਗਿਵ ਡਾਇਰੈਕਸ਼ਨ, ਇਸ ਤਰੀਕੇ ਨਾਲ, ਤਾਂ ਬੈਟਰ ਪਤਾ ਲੱਗ ਜਾਂਦਾ ਹੈਗਾ। ਬਟ ਆਪਣੇ 3 ਆਪਸ਼ਨ ਇੱਥੋਂ ਸਿੱਧੀ ਨੈਗਲੈਕਟ ਹੋ ਰਹੇ ਨੇ, ਤਾਂ ਕਰਕੇ ਆਪਣਾ ਰਾਈਟ ਆਪਸ਼ਨ ਕੀ ਬਣਦਾ ਜੀ, ਆਪਸ਼ਨ B ਇਜ਼ ਦਾ ਕਰੈਕਟ ਆਂਸਰ, ਲੈਡ ਤੇ ਲੀਡ। ਆਪਾਂ ਪੜਿਆ ਸੀ ਇਹ ਕੀ ਨੇ, ਹੋਮੋਗ੍ਰਾਫ। ਹੋਮੋਗ੍ਰਾਫ ਦੇ ਵਿੱਚ ਰਾਈਟਿੰਗ ਸੇਮ ਹੋਣੀ ਚਾਹੀਦੀ ਹੈ। ਸੋ ਰਾਈਟਿੰਗ ਦਾ ਚਾਰੋਂ ਆਪਸ਼ਨ ਦੇ ਵਿੱਚੋਂ ਸਿਰਫ ਇੱਕ ਦੇ ਵਿੱਚ ਹੀ ਸੇਮ ਹੈ, B ਦੇ ਵਿੱਚ,
ਤਾਂ ਕਰਕੇ ਆਪਣਾ ਰਾਈਟ ਆਨਸਰ ਕੀ ਬਣੂਗਾ ਆਪਸ਼ਨ ਬੀ। ਸੋ ਹੋਪਫੁਲੀ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਇਹਨੂੰ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰੋ, ਕਿਉਂਕਿ ਦੋਨੋਂ ਪੇਪਰ ਬੜੇ ਨਜ਼ਦੀਕ ਆ ਗਏ ਆ, ਚਾਹੇ ਪੀਟੈਟ ਹੋਵੇ ਚਾਹੇ ਸੀਟੈਟ ਹੋਵੇ। ਸੋ ਦੈਟਸ ਆਲ ਫॉर टुडे ਜੀ। ਥੈਂਕ ਯੂ ਸੋ ਮਚ ਫॉर ਵਾਚਿੰਗ।